ਚੰਡੀਗੜ੍ਹ ਦਾ ਚੌਧਰੀ ਕੌਣ ਹੋਏਗਾ ਇਸ ਦੇ ਵੱਲ ਹੁਣ ਨਜ਼ਰ ਆਏਗੀ ਕਿਉਂਕਿ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਏਗੀ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੀ ਪ੍ਰਕਿਰਿਆ ਔਰ ਇਸ ਵਾਰ ਵੱਖਰੀ ਤਸਵੀਰ ਨਜ਼ਰ ਆਏਗੀ। ਦੇਖੋ ਨਗਰ ਨਿਗਮ ਦਫ਼ਤਰ ਤੋਂ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਸੀਕ੍ਰੇਟ ਵੋਟਿੰਗ ਹੁੰਦੀ ਸੀ ਪਰ ਇਸ ਵਾਰ ਸੀਕ੍ਰੇਟ ਵੋਟਿੰਗ ਨਹੀਂ ਹੈ। ਹੱਥ ਖੜੇ ਕਰਕੇ ਸਾਨੂੰ ਵੋਟਾਂ ਪਾਉਂਦੇ ਹੋਏ ਅਸੀਂ ਕਹਿ ਸਕਦੇ ਕੌਂਸਲਰ ਨਜ਼ਰ ਆਉਣਗੇ ਕਿ ਕਿਸ ਦੇ ਹੱਕ ਦੇ ਵਿੱਚ ਵੋਟ ਭੁਗਤਾਨਗੇ ਤਾਂ ਮੇਅਰ ਡਿਪਟੀ ਮੇਅਰ ਦੀ ਜਿਹੜੀ ਚੋਣ ਹੈ ਉਹ ਵੀ ਇਸੇ ਤਰੀਕੇ ਹੋਏਗੀ ਔਰ ਸੀਕ੍ਰੇਟ ਵੋਟਿੰਗ ਦੀ ਥਾਂ ਤੇ ਹੱਥ ਖੜੇ ਕਰਕੇ ਵੋਟਿੰਗ ਹੋਏਗੀ। ਇਸ ਵਾਰ ਚੋਣ ਮੈਦਾਨ 'ਚ ਤਿੰਨ ਪਾਰਟੀਆਂ ਨੇ ਔਰ ਅੰਕੜੇ ਦੇ ਹਿਸਾਬ ਦੇ ਨਾਲ ਦੱਸੀ ਕਿ ਬੀਜੇਪੀ ਦੇ ਕੋਲ ਬਹੁਮਤ ਹੈ ਅਤੇ ਜੇਕਰ ਕੋਈ ਵੱਡਾ ਉਲਟਫੇਰ ਨਹੀਂ ਹੁੰਦਾ ਤਾਂ ਫਿਰ ਤਿੰਨਾਂ ਅਹੁਦਿਆਂ ਤੇ ਬੀਜੇਪੀ ਦੀ ਜਿੱਤ ਪੱਕੀ ਸਮਝੀ ਜਾ ਰਹੀ ਹੈ। ਤਾਂ 35 ਵਾਰਡਾਂ ਦੀ ਵਾਲੀ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਦੱਸੇ ਕਿ 18 ਜਿਹੜੇ ਕੌਂਸਲਰ ਨੇ ਉਹ ਬੀਜੇਪੀ ਦੇ ਕੋਲ ਨੇ, ਆਪ ਦੇ ਕੋਲ 11, ਕਾਂਗਰਸ ਦੇ ਕੋਲ 6 ਪਰ ਫਿਰ ਵੀ ਕਿਤੇ ਨਾ ਕਿਤੇ ਬੇਸ਼ੱਕ ਪਿਕਚਰ ਸਾਫ਼ ਹੈ ਪਰ ਕਿਤੇ ਨਾ ਕਿਤੇ ਫਿਰ ਵੀ ਅਸੀਂ ਕਹਿ ਸਕਦੇ ਹਾਂ ਚੋਣ ਦਿਲਚਸਪ ਇਸ ਕਰਕੇ ਵੀ ਹੋ ਸਕਦੀ ਹੈ ਕਿਉਂਕਿ ਪਹਿਲਾਂ ਕਾਂਗਰਸ ਅਤੇ ਆਪ ਦਾ ਅਲਾਇੰਸ ਰਿਹਾ ਹੈ। ਨਗਰ ਨਿਗਮ ਦਫ਼ਤਰ ਚੰਡੀਗੜ੍ਹ ਸਿੱਧਾ ਚੱਲਦੇ ਹਾਂ। ਮਨੋਜ ਰਾਠੀ ਵੈਸੋਗੀ ਇਸ ਵੇਲੇ ਲਾਈਵ ਮੌਜੂਦ ਨੇ। ਮਨੋਜ, ਹੁਣ ਤੁਹਾਡੇ ਪਿੱਛੇ ਜ਼ਿਆਦਾ ਚਹਿਲ ਪਹਿਲ ਨਜ਼ਰ ਆ ਰਹੀ ਹੈ। ਥੋੜੀ ਦੇਰ ਦੇ ਵਿੱਚ ਵੋਟਿੰਗ ਅਸੀਂ ਕਹਿ ਸਕਦੇ ਹਾਂ ਜਾਂ ਕਹਿ ਲਈਏ ਕਿ ਚੋਣ ਜਿਹੜੀ ਹੈ ਸ਼ੁਰੂ ਹੋਏਗੀ ਕਿਉਂਕਿ ਇਸ ਵਾਰ ਵੱਖਰੇ ਤਰੀਕੇ ਨਾਲ ਚੋਣ ਹੋਣ ਜਾ ਰਹੀ ਹੈ। ਮੈਂ ਫਿਰ ਵੀ ਉਹ ਜ਼ਿਕਰ ਕਰਾਂਗੀ ਕਿਉਂਕਿ ਬੇਸ਼ੱਕ ਸਾਨੂੰ ਸਾਫ਼ ਸਭ ਕੁਝ ਨਜ਼ਰ ਆ ਰਿਹਾ ਪਰ ਫਿਰ ਵੀ ਇਹ ਸਿਆਸਤ ਹੈ, ਇਸ ਦੇ ਵਿੱਚ ਕਦੇ ਵੀ ਕੁਝ ਵੀ ਹੋ ਸਕਦਾ ਹੈ। बिल्कुल गुरजोत जिदा तुसी भी जिक्र कर रहे हो कि एक सियासत है और कुछ भी गोलमाल हो सकता है। हुण कुछ ही आधा घंटा रह चुका है। हालांकि बीजेपी के जिहड़े काउंसलर्स ने वो पहुंच चुके ने, कांग्रेस के काउंसलर्स ने वो भी लगभग पहुंच चुके थे। हुण इंतजार है आम आदमी पार्टी के काउंसलर्स का। देखो कई चीज़ां ने इहदे विच जिसनूं लैके लगातार जिहड़ा हैगा कीता जा रहा है। हालांकि आम आदमी पार्टी ते कांग्रेस का जिहड़ा गठबंधन है वो टोटली जिहड़ा हैगा वो खत्म हो चुका है। आम जिहड़े कांग्रेस के प्रेजिडेंट ने एच एस लक्की साडे नाल ने। लक्की सर क्योंकि पहला ही तुसी क्लीयर कर चुके हो जिहड़ा एलायंस होना सीगा या पहला सीगा वो टुट चुका है। अज दी किस तरह तुसी देखदे हो पूरा सिनेरियो? देखो साडे कोल तां 7 वोटां ने, 6 कौंसलर्स दी ते 7वीं एमपी साहब दी। ਅਸੀਂ ਆਪਣਾ ਸਿੰਬੋਲਿਕ ਇਲੈਕਸ਼ਨ ਲੜ ਰਹੇ ਹਾਂ। ਅਸੀਂ ਕੋਈ ਜਿੱਤਣ ਵਾਸਤੇ ਇਲੈਕਸ਼ਨ ਨਹੀਂ ਲੜ ਰਹੇ, ਅਸੀਂ ਸਿੰਬੋਲਿਕ ਇਲੈਕਸ਼ਨ ਲੜ ਰਹੇ ਹਾਂ। ਅਸੀਂ ਦਿਖਾਣਾ ਚਾਹੁੰਦੇ ਕਿ ਭਾਜਪਾ ਦੇ ਖਿਲਾਫ ਕੋਈ ਖੜਾ ਹੈ, ਮਜ਼ਬੂਤੀ ਨਾਲ ਖੜਾ ਹੈ। ਨਹੀਂ ਤਾਂ ਕਹਿ ਦਿੰਦੇ ਸੀ ਜੀ ਕਾਂਗਰਸ ਬਾਈਕਾਟ ਕਰ ਗਈ, ਉਹ ਕਰ ਗਈ। ਸਾਡੇ ਵੋਟ ਅਸੀਂ ਸਾਡੇ ਕਾਉਂਸਲਰ ਪਾਣ ਗਏ ਹਾਂ, ਕੈਂਡੀਡੇਟ ਖੜੇ ਕੀਤੇ हैं। ਅਸੀਂ ਮੇਨ ਤਿਆਰੀ ਜਿਹੜੀ ਹੈ 2026 ਦਸੰਬਰ ਦੇ ਜਿਹੜੀਆਂ ਆਮ ਚੋਣਾਂ ਨਗਰ ਨਿਗਮ ਦੀਆਂ ਉਹਦੀਆਂ ਕਰ ਰਹੇ ਹਾਂ ਔਰ 35 ਦੀ 35 ਸੀਟਾਂ ਦੇ ਮਜ਼ਬੂਤ ਉਮੀਦਵਾਰ ਉਤਾਰਾਂਗੇ ਔਰ ਸਾਨੂੰ ਉਮੀਦ ਹੈ ਕਿ ਅਸੀਂ 35 ਚੋਂ ਮੈਕਸਿਮਮ ਸੀਟਾਂ ਜਿੱਤ ਕੇ ਜਿਹੜਾ ਹੈ ਇੱਥੇ ਆਪਣਾ ਮੇਅਰ, ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਬਣਾਵਾਂਗੇ। ਅੱਜ सीधा ਸਿੰਬੋਲਿਕ फाइट है। लेकिन आज दा सीधा फिर बीजेपी हुण जिद्दी नजर आ रही है। नहीं, बीजेपी जिते कोई जिते, ये 7 महीने का मेयर है। जो बीजेपी ने हाल किया चंडीगढ़ का वो देखा। असी अपील की है वैसे बीजेपी ते आम आदमी पार्टी के काउंसलर कि अपनी अंतरात्मा की आवाज नूं सुनो। जे चंडीगढ़ की बेहतरी चाहते हो, जे चंडीगढ़ का वही हाल चाहते हो जो कांग्रेस के समय सीगा, 500 करोड़ की इत्थे एफडी सीगे, नगर निगम दे विच काम हुंदे सी, सड़कां बणियां सी। कहंदे कि कांग्रेस ने बेड़ा कर करता। हाँ, बीजेपी वाले पिछले 10 चों 9 मेयर किहदे सीगे ਤੇ ਇਹ ਹਾਲਾਤ ਕਿਹਦੇ ਸਮੇਂ ਬਣੇ ਆ? ਕਾਂਗਰਸ ਦੇ ਤਾਂ 2015 ਤੋਂ ਬਾਅਦ ਮੇਅਰ ਨਹੀਂ ਬਣਿਆ। ਠੀਕ ਹੈ, ਇਸ ਕਰਕੇ ਉਹਨਾਂ ਨੂੰ ਬਹੁਤ ਸਾਰੀ ਚੀਜ਼ਾਂ ਨੇ। ਉਮੇਸ਼ ਮੇਰੇ ਸਹਿਯੋਗੀ ਵੀ ਜੁੜ ਚੁੱਕੇ ਨੇ। ਉਮੇਸ਼ ਕਿਉਂਕਿ ਬਹੁਤ ਹੈ ਬੀਜੇਪੀ ਦੇ ਲੀਡਰ ਵੀ ਜਿਹੜੇ ਹੈਗੇ ਮੌਜੂਦ ਨੇ। ਸਰ लक्की जी कह रहे थे कि पिछले साल बीजेपी ने की किया है। भाई साहब लक्की जी जो है ना, लक्की जी की पार्टी सारे देश के अंदर सारे देश ने नकार दिया इनको, पर इनके हौसले डाउन नहीं होते कभी। देश की जनता ने इनको जहां से चले थे ना वहीं पर बैठा दिया और अभी तक इनका गठबंधन था आम आदमी पार्टी के साथ। अब लगता है कि अब आम आदमी पार्टी इनको घास नहीं डाल रही। वो उनके पंजाब में जफे आके वहां पर जा एक दूसरे की मां बहन कर रहे, जुत्तू में दाढ़ बैठ रही इन लोगों की और इनको अब ये लग गया ना यहाँ पर आके लग रहा कुछ भी नहीं ना। सारे देश में इनको हरियाणा में चुनाव हुआ, महाराष्ट्र में चुनाव, अभी तो रिसेंटली जो गुजरात बिहार का चुनाव हुआ, नकार दिया इनको। इनको बैसाखी चाहिए। कांग्रेस पार्टी का बैसाखी के सारे चलने वाली पार्टी है, इसलिए इनका कुछ भी होने वाला नहीं है, कुछ भी। इस बार इनके पास 6 है, अगली बार बिल्कुल साफ हो जाएंगे ये। ठीक है उमेश, क्योंकि अज का बड़ा दिलचस्प जो देखने को मिल रहा है, रामवीर भट्टी जी बीजेपी के बड़े सीनियर लीडर ने और हरमिंदर जी लक्की जी कह रहे थे कि बीजेपी ने किस तरह का हाल किया है, लेकिन कांग्रेस के टाइम की बहुत सारी एफडी आई है, बहुत सारी चीजें। लेकिन अज का सिनेरियो की कहता है, किस तरह तुम वेखते हो, किस तरह तुम अज क्योंकि बीजेपी तय बीजेपी का जो मेयर बनना, क्योंकि आम आदमी पार्टी 11, कांग्रेस के जो 6+1 7 है, किस तरह? मनोज तुसी भी कवर करते रहे हो, खासकर एक नगर निगम की राजनीति। ਅੱਜ ਦਾ ਇਹ ਇਲੈਕਸ਼ਨ ਡਿਫਰੈਂਟ ਹੈ। 3 ਪਾਰਟੀਆਂ, ਤਿੰਨਾਂ ਦੇ ਕੈਂਡੀਡੇਟ ਆਪਣੇ ਅਲੱਗ-ਅਲੱਗ ਔਰ ਇਹ ਕਨਫਰਮ ਹੈ ਕਿ ਆਮ ਆਦਮੀ ਪਾਰਟੀ और कांग्रेस ਦੇ ਵਿੱਚ ਦਰਾਰ ਪੈ ਚੁੱਕੀ ਹੈ।
ਐਚਐਸ ਲੱਕੀ ਸਾਡੇ ਤੋਂ 5 ਗਜ਼ ਦੀ ਦੂਰੀ ਤੇ ਖੜੇ ਨੇ, ਸਾਫ਼ ਕਹਿ ਰਹੇ ਸੀ ਕਿ ਚਾਹੇ ਬੀਜੇਪੀ ਜਿੱਤੇ ਕੋਈ ਜਿੱਤੇ, ਅਸੀਂ ਤਾਂ ਸਿਰਫ ਕਾਉਂਸਲਰ ਜਿਹੜੇ ਇਲੈਕਸ਼ਨ ਹੈ ਨਗਰ ਨਿਗਮ ਦੇ ਉਹਦੀ ਤਿਆਰੀ ਕਰ ਰਹੇ ਹਾਂ। ਇੱਕ ਗੱਲ ਬੜੀ ਕਲੀਅਰ ਹੋ ਚੁੱਕੀ ਹੈ ਕਿ ਆਮ ਆਦਮੀ ਪਾਰਟੀ ਦੇ ਉੱਤੇ ਲੱਕੀ ਦਾ ਨਿਸ਼ਾਨਾ ਹੁਣੇ ਕਹਿ ਕੇ ਗਏ ਲੱਕੀ ਕਿ ਉਹਨਾਂ ਦੀ ਜ਼ਿੰਮੇਵਾਰੀ ਹੈ ਗਠਬੰਧਨ ਨਾ ਹੋਣ ਦੇ ਪਿੱਛੇ ਆਮ ਆਦਮੀ ਪਾਰਟੀ, ਯਾਨੀ ਕਿ ਜਿਹੜੀ 1 ਸਾਲ ਪਹਿਲਾਂ ਸੀ ਉਹ ਇਕਜੁੱਟਤਾ ਦੇਖੀ ਸੀ, ਅੱਜ ਉਹ ਖਤਮ ਹੈ। ਬੀਜੇਪੀ ਦੇ ਕਾਉਂਸਲਰ ਗੱਡੀ ਚਾਹੇ ਚੰਡੀਗੜ੍ਹ ਪੁਲਿਸ ਦੀ ਸਿਕਿਉਰਿਟੀ ਚਾਹੇ ਸਾਰਿਆਂ ਨੇ ਆਪਣੇ ਕਾਉਂਸਲਰ ਆਪਣੇ ਜਿਹੜੇ ਹੈਗੇ ਉਹ ਆਪਣੇ ਇਕਜੁੱਟ ਕਰਕੇ ਰੱਖੇ ਸੀ, ਲੇਕਿਨ ਆਮ ਆਦਮੀ ਪਾਰਟੀ ਦੇ ਇੱਕ ਕਾਉਂਸਲਰ ਨੇ ਰਾਮਚੰਦਰ ਯਾਦਵ ਬਿਲਕੁਲ ਇਹ ਬੜਾ ਕਲੀਅਰ ਕੱਟ ਹੈ ਹੁਣ ਕਿ ਅੱਜ ਦਾ ਜਿਹੜਾ ਇਲੈਕਸ਼ਨ ਹੈ, ਜਿਹੜਾ 1.5-2 ਘੰਟੇ ਬਾਅਦ ਤਸਵੀਰ ਸਾਫ਼ ਹੋ ਜਾਏਗੀ। ਬੀਜੇਪੀ ਦਾ ਐਜ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਗਠਬੰਧਨ ਨਹੀਂ ਹੋ ਪਾਇਆ। ਉਸ ਤੋਂ ਇਲਾਵਾ ਇੱਕ ਹੋਰ ਗੱਲ ਬੜੀ ਕਲੀਅਰ ਇੱਥੇ ਕਰ ਦਈ ਅਸੀਂ ਕਿ ਲੱਕੀ ਦਾ ਕਹਿਣਾ ਕਿ ਅਸੀਂ ਇਲੈਕਸ਼ਨ ਨਹੀਂ ਦੇਖ ਰਹੇ ਹਾਂ ਤਾਂ 7 ਮਹੀਨੇ ਦਾ ਮੇਰ ਹੈ, ਅਸੀਂ ਨਗਰ ਨਿਗਮ ਦੇ ਇਲੈਕਸ਼ਨ ਦੇਖ ਰਹੇ, ਮਤਲਬ ਉਹਨਾਂ ਦੇ ਵੱਲੋਂ ਵੀ ਹੈ ਕਿ ਠੀਕ ਹੈ ਵਾਕ ਓਵਰ ਹੈ ਜੀ। ਅੱਜ ਦਾ ਜਿਹੜਾ ਕਹਿ ਸਕਦੇ ਕਿ ਬੜਾ ਇੰਟਰਸਟਿੰਗ ਹੋਣ ਵਾਲਾ ਹੈ। ਬਿਲਕੁਲ ਉਹਨਾਂ ਦੀ ਬਾਡੀ ਲੈਂਗੁਏਜ ਦੱਸ ਰਹੀ ਹੈ, ਕਿ ਅੱਜ ਦਾ ਇਲੈਕਸ਼ਨ ਇੱਕ ਵਾਕ ਓਵਰ ਹੀ ਤਰ੍ਹਾਂ ਦਾ ਦਿੱਤਾ ਹੈ ਦੋਨੋਂ ਪਾਰਟੀਆਂ ਨੇ। ਹੁਣ ਅੰਦਰ ਹੱਥ ਖੜੇ ਅੱਜ ਅੱਛਾ ਡਿਫਰੈਂਟ ਬੜਾ ਕੀ ਹੈ, ਗਵਰਨਰ ਨੇ ਪਹਿਲਾਂ ਹੀ ਕਹਿਤਾ ਸੀ ਜਦੋਂ ਪਿਛਲੇ ਵਾਲਾ ਐਪੀਸੋਡ ਹੋਇਆ, ਮੱਸੀ ਵਾਲਾ ਐਪੀਸੋਡ ਹੋਇਆ, ਸੁਪਰੀਮ ਕੋਰਟ ਤੱਕ ਇਸ਼ੂ ਗਿਆ ਤਾਂ ਉਹਨਾਂ ਨੇ ਸਾਫ਼ ਕਹਿਤਾ ਸੀ ਕਿ ਇਹ ਹੱਥ ਖੜੇ ਕਰਕੇ ਇਲੈਕਸ਼ਨ ਕਰਾਏ ਜਾਣੇ, ਨੋਟੀਫਿਕੇਸ਼ਨ ਕੱਢਤੀ ਸੀ। ਹੁਣ ਉਸ ਤੋਂ ਇਲਾਵਾ ਜਦੋਂ ਇਹ ਇਲੈਕਸ਼ਨ ਹੋਣਗੇ ਅੱਜ, ਕਿਉਂਕਿ ਇਹ ਵੀ ਡਿਫਰੈਂਟ ਹੋਏਗਾ, ਹੱਥ ਖੜੇ ਕਰਨ ਦਾ ਮਤਲਬ ਇਹ ਹੈ ਇਸ ਵਾਰ ਦਾ ਬੜਾ ਇੰਟਰਸਟਿੰਗ ਹੈ ਕਿ ਕਲੀਅਰ ਹੋ ਜਾਏਗਾ, ਕਿਸੇ ਤਰ੍ਹਾਂ ਦੀ ਕੋਈ ਇਹਦੇ ਵਿੱਚ ਉਹ ਨਹੀਂ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਯੋਗੇਸ਼ ਢਿੰਗਰਾ ਨੇ ਹਾਈ ਕੋਰਟ ਦਾ ਪਰਸੋਂ ਰੁਕ ਕੀਤਾ ਸੀ, ਉੱਥੋਂ ਰਿਲੀਫ ਨਹੀਂ ਮਿਲਿਆ। ਹਾਈ ਕੋਰਟ ਨੇ ਸਾਫ਼ ਕਹਿਤਾ ਕਿ ਆਬਜ਼ਰਵਰ ਆਲਰੇਡੀ ਇੱਥੇ ਜਦੋਂ ਹੈਗੇ ਨੇ, ਕੈਮਰਾ ਦੇ ਅੰਦਰ ਪ੍ਰੋਸੀਡਿੰਗ ਹੋ ਰਹੀ ਹੈ, तो what you want as nothing, ਕੁਝ ਨਹੀਂ, ਤਾਂ ਸਿੰਪਲ ਹੈ, ਜਾ ਕੇ ਆਪਣਾ ਕਰੋ, ਹੱਥ ਖੜੇ ਕਰਨੇ ਆ। ਹੱਥ ਖੜੇ ਕਰਨ ਦੇ ਨਾਲ ਇੱਕ ਚੀਜ਼ ਕਲੀਅਰ ਹੋ ਜਾਏਗੀ। ਚੰਡੀਗੜ੍ਹ ਐਸਐਸਪੀ ਵੀ ਨੇ, ਜੇਕਰ ਅਗਰ ਆਪਾਂ ਗੱਲਬਾਤ ਕਰ ਪਾਈਏ, ਹਾਲਾਂਕਿ ਅਧਿਕਾਰੀ ਵੀ ਉਮੇਸ਼ ਇੱਥੇ ਪਹੁੰਚੇ ਹੋਏ ਨੇ, ਕਿਉਂਕਿ ਦੇਖੋ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਖਰਾਬ ਨਾ ਹੋਵੇ। ਅੰਦਰ ਦੀ ਤਸਵੀਰਾਂ ਵੀ ਦਿਖਾ ਦਈਏ, ਕਿਉਂਕਿ ਦੇਖੋ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਪਿਛਲੀ ਵਾਰ ਜਿਸ ਤਰ੍ਹਾਂ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣੀ ਸੀ, ਇਸ ਵਾਰ ਪੁਲਿਸ ਦਾ ਬੜਾ ਪਹਿਰਾ ਹੈ। ਔਰ ਤੁਸੀਂ ਦੇਖੋ ਕਿ ਸਵੇਰ ਤੋਂ ਹੀ ਇੱਥੇ ਪੁਲਿਸ ਦੀ ਬੈਰੀਕੇਡ ਲਾ ਕੇ ਕਿਸੇ ਦੀ ਵੀ ਐਂਟਰੀ ਨਹੀਂ ਦਿੱਤੀ ਜਾ ਰਹੀ, ਯਾਨੀ ਕਿ ਕਿਸੇ ਨੂੰ ਜੇਕਰ ਕੋਈ EMPLOYE ਵੀ ਹੈਗਾ ਉਹਦੀ ਵੀ ਜਿਹੜੀ ਉਮੇਸ਼ ਐਂਟਰੀ ਜਿਹੜੀ ਹੈ ਉਹਦਾ ਆਈ ਕਾਰਡ ਦੇਖ ਕੇ ਕੀਤਾ ਜਾਏਗਾ। ਦੇਖੋ ਅੱਜ ਦਾ ਪੂਰਾ ਦਿਨ ਦਾ ਜਿਹੜਾ ਸਿਨੈਰੀਓ ਰਹਿਣ ਵਾਲਾ ਹੈ ਬਹੁਤ ਹੀ ਅਹਿਮ ਅਸੀਂ ਕਹਿ ਸਕਦੇ ਹਾਂ। ਔਰ ਹਾਲਾਂਕਿ ਆਮ ਆਦਮੀ ਪਾਰਟੀ ਦੀ ਹਜੇ ਵੇਟ ਕੀਤਾ ਜਾ ਰਿਹਾ, ਆਮ ਆਦਮੀ ਪਾਰਟੀ ਦੇ ਕਾਉਂਸਲਰ ਹਜੇ ਆਣੇ ਬਾਕੀ ਹੈ। ਅੱਛਾ ਇੱਕ ਗੱਲ ਹੋ ਰਿਹਾ ਮਨੋਜ, ਜਿੱਦਾਂ ਤੁਸੀਂ ਪੁਲਿਸ ਦਾ ਬੰਦੋਬਸਤ ਹਮੇਸ਼ਾ ਦੇਖਦੇ ਹੋ, ਕਵਰ ਤੁਹਾਡੀ ਬੀਟ ਵੀ ਹੈ, ਮੇਰੀ ਇਲੈਕਸ਼ਨ ਪਹਿਲਾਂ ਵੀ ਹੋਏ ਹੈ, ਪਹਿਲਾਂ ਤੁਹਾਨੂੰ ਪਤਾ ਕਿ ਇੱਥੇ ਨਾਰੇਬਾਜ਼ੀ ਕਾਉਂਸਲਰ ਸਾਰੇ ਕਰਦੇ ਰਹੇ, ਉਸ ਤੋਂ ਬਾਅਦ ਪ੍ਰੋਟੋਕੋਲ ਚੇਂਜ ਹੋਇਆ, ਹੁਣ ਬੈਰੀਕੇਡਿੰਗ ਲੇਅਰ 1 ਲੇਅਰ 2 ਔਰ ਇੱਥੇ ਪੂਰਾ ਬੰਦ, ਤਾਂ ਕਿ ਜਿਹੜੇ ਸਿਰਫ ਕਾਉਂਸਲਰ ਨੇ ਅੰਦਰ ਜਾ ਸਕਣ, ਸਮਰਥਕ ਹੈ ਜਿਹੜੇ ਬਾਹਰ ਉਹਨਾਂ ਨੂੰ ਵੀ ਇੱਕ ਜਗ੍ਹਾ ਦਿੱਤੀ ਹੋਈ ਹੈ, ਯਾਨੀ ਕਿ ਡੈਡੀਕੇਟਿਡ ਇੱਕ ਪਲੇਸ ਦਿੱਤਾ ਹੋਇਆ। 2-3 ਸਾਲਾਂ ਤੋਂ ਕਾਫੀ ਚੀਜ਼ਾਂ ਇਹ ਪੂਰਾ ਏਰੀਆ ਜਿਹੜਾ ਹੈਗਾ ਉਹ ਸੀਲ ਕਰ ਦਿੱਤਾ ਜਾਂਦਾ ਪੁਲਿਸ ਵੱਲੋਂ। ਇੱਕ ਵਾਰ ਦਿਖਾ ਵੀ ਦਈਏ, ਇਹ ਨਗਰ ਨਿਗਮ ਦਾ ਆਫਿਸ ਹੈ, ਇੱਕ ਉਹਨਾਂ ਦਾ ਗੇਟ ਹੈ ਐਂਟਰੀ ਗੇਟ, ਇੱਕ ਮੇਨ ਐਂਟਰੀ ਗੇਟ ਹੈ, ਇਹ ਸੈਕਟਰ 17 ਹੈ। ਇਹ ਸੈਕਟਰ 17 ਹੈ ਉਸ ਪਾਸੇ, ਯਾਨੀ ਕਿ ਇਹ ਰੋਡ ਪੂਰਾ ਬੰਦ ਰਹੇਗਾ। ਪੂਰਾ ਰੋਡ ਦੇਖੋ, ਪੁਲਿਸ ਦੀ ਬੈਰੀਕੇਡਿੰਗ ਵੀ ਇੱਥੇ ਹੈ। ਸੈਕਟਰ 17 ਦੀ ਸਾਹਮਣੋਂ ਜੇ ਆਪਾਂ ਜੇ ਸੈਕਟਰ 9 ਆਂਦਾ ਹੁੰਦਾ, ਉਸ ਤੋਂ ਬਾਅਦ ਇੱਧਰ ਬੱਸ ਸਟੈਂਡ ਹੈ, ਤਾਂ ਇਹ ਪੂਰਾ ਚਾਰੋਂ ਤਰਫ ਜਿਹੜਾ ਹੈਗਾ ਇੱਕ ਯਾਨੀ ਕਿ ਇੱਥੇ ਪੂਰਾ ਜਿਹੜਾ ਹੈਗਾ ਬੰਦੋਬਸਤ ਕੀਤਾ ਗਿਆ ਹੈ। ਔਰ ਇਹ ਇਲੈਕਸ਼ਨ ਸ਼ਾਂਤੀਪੂਰਨ ਹੋਣ, ਕਿਉਂਕਿ ਹਮੇਸ਼ਾ ਕਈ ਨਾ ਕਈ ਮਾਮਲਾ ਕੋਰਟ ਵੀ ਚਲਾ ਜਾਂਦਾ ਹੈ, ਫੇਰ ਹੁਣ ਸ਼ਾਂਤੀਪੂਰਨ ਹੋਣ, ਇਹ ਰਿਸਪੌਂਸਿਬਿਲਟੀ ਪੁਲਿਸ ਦੀ ਹੈ। ਇਸ ਕਰਕੇ ਪਿਛਲੇ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ, ਬਿਲਕੁਲ ਸਹੀ ਜ਼ਿਕਰ ਕੀਤਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਮੇਅਰ ਇਲੈਕਸ਼ਨ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਦੇ ਬੰਦੋਬਸਤ ਤਾਂ ਕਿ ਹੁੱਲੜਬਾਜ਼ੀ ਨਾ ਹੋਏ, ਅੰਦਰ ਸਿਰਫ ਮੇਅਰ ਜਿਹੜੇ ਕਾਉਂਸਲਰ ਨੇ ਉਹ ਜਾਣ, ਵੋਟਿੰਗ ਹੋਏ ਪ੍ਰੋਪਰ ਔਰ ਰਿਜ਼ਲਟ, ਔਰ ਉਸ ਤੋਂ ਬਾਅਦ ਬਾਹਰ ਆ ਕੇ ਚਾਹੇ ਸੜਕ ਦੇ ਬਾਹਰ ਆ ਕੇ ਆਪਣੇ ਸਮਰਥਕ ਉਹ ਦੇਖੋ ਕਿ ਖੁਦ ਚੰਡੀਗੜ੍ਹ ਦੇ ਐਸਐਸਪੀ ਅੰਦਰ ਮੌਜੂਦ ਹੈ ਔਰ ਸੀਨੀਅਰ ਅਧਿਕਾਰੀ ਖੁਦ ਮੌਜੂਦ ਹੈ, ਲਾਅ ਐਂਡ ਆਰਡਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਖਰਾਬ ਨਾ ਹੋਵੇ। ਬਿਲਕੁਲ। ਔਰ ਮੈਂ ਤਾਂ ਕਹਿ ਰਿਹਾ ਲੱਕੀ ਜੀ ਤੁਸੀਂ ਹੱਸਦੇ ਨਜ਼ਰ ਆ ਰਹੇ ਹੋ, ਕੀ ਗੱਲ ਜੀ ਕਿਸੇ ਤਰ੍ਹਾਂ ਦੀ ਕੋਈ ਮਤਲਬ ਸ਼ਿਕਨ ਨਹੀਂ ਤੁਹਾਡੇ ਤੇ ਦਿਖ ਰਿਹਾ? ਨਹੀਂ, ਸ਼ਿਕਨ ਕਿਸ ਚੀਜ਼ ਦੀ ਹੈ? ਸਮ ਟਾਈਮਸ ਉਹ ਕਹਿੰਦੇ ਨੇ, ਅੰਗਰੇਜ਼ੀ ਦੀ ਕਹਾਵਤ ਹੈ, ਟੂ ਵਿਨ ਅ ਵਾਰ ਯੂ ਹੈਵ ਟੂ ਲੂਜ਼ ਅ ਬੈਟਲ। ਅਸੀਂ ਸਾਡੀ ਜਿਹੜੀ ਲੜਾਈ ਹੈ 2026 ਦੇ ਦਸੰਬਰ ਦੀ ਜਿਹੜਾ ਚੁਣਾਵ ਹੈ ਉਹਦੀ ਹੈਗੀ ਹੈ। ਇੱਕ ਸਵਾਲ ਮੈਂ ਪੁੱਛਾਂ ਇੱਥੇ ਰੋਕ ਕੇ, ਤੁਸੀਂ ਬਾਰ-ਬਾਰ ਕਹਿ ਰਹੇ ਹੋ, ਇਹ ਸਾਨੂੰ ਵੀ ਪਤਾ ਚੱਲਿਆ ਕਿ ਲਾਸਟ ਮੂਮੈਂਟ ਤੱਕ ਕੋਸ਼ਿਸ਼ ਕੀਤੀ ਗਈ, ਤੁਸੀਂ ਆਮ ਆਦਮੀ ਪਾਰਟੀ, ਇਹ ਕਿੱਥੇ ਈਗੋ ਅਟੱਗੀ, ਤੁਹਾਡੀ ਅਟੱਗੀ ਉਹਨਾਂ ਦੀ ਅਟੱਗੀ? ਨਹੀਂ, ਸਾਡੀ ਕੋਈ ਈਗੋ ਕਿਸੇ ਦੇ ਨਾਲ ਨਹੀਂ। ਅਗਰ ਈਗੋ ਹੁੰਦੀ ਤਾਂ ਅਸੀਂ ਉਹਨਾਂ ਦਾ ਮੇਅਰ 2024 ਚ ਬਣਾਇਆ ਸੀਗਾ, ਅਸੀਂ ਵੀ ਉਸ ਤੋਂ ਬਾਅਦ ਪਿਛਲੇ ਵਾਰ ਵੀ ਉਹਨਾਂ ਨੂੰ ਵੋਟਾਂ ਪਾਈਆਂ ਸੀ। ਗੱਲ ਕਿੱਥੇ ਅਟੱਗੀ? ਪਰ ਨਹੀਂ, ਕਈ ਵਾਰੀ ਕੀ ਹੁੰਦਾ ਕਿ ਸੰਖਿਆ ਵੀ ਹੋਣੀ ਚਾਹੀਦੀ ਹੈ। ਉਹਨਾਂ ਦੇ ਬੰਦੇ ਤਾਂ ਭੱਜ ਰਹੇ ਸੀਗੇ, ਉਹਨਾਂ ਦੇ 2021 ਚ 14 ਬੰਦੇ ਜਿੱਤੇ, ਫਿਰ 13 ਰਹਿ ਗਏ, ਫਿਰ 11 ਰਹਿ ਗਏ। ਕੱਲ ਵੀ ਉਹਨਾਂ ਨੇ ਇੱਕ ਫੋਟੋ ਪਾਈ ਹੈ, ਉਹਦੇ ਵਿੱਚ ਉਹਨਾਂ ਦੇ 6-7 ਕਾਉਂਸਲਰ ਹੈ, ਪਤਾ ਚੱਲਿਆ ਉਹਨਾਂ ਦੇ 2 ਬੰਦੇ ਆਏ ਹੀ ਨਹੀਂ। ਤੁਹਾਨੂੰ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਹੋਰ ਵੀ ਕਾਉਂਸਲਰ ਜਾ ਸਕਦੇ? ਪਤਾ ਨਹੀਂ ਨਾ, ਹੁਣ ਇਹੋ ਜੀ ਜਦ ਕੋਈ ਇਹੋ ਜੀ ਸਥਿਤੀ ਹੋਏ, ਫਿਰ ਉਹਨਾਂ ਨੇ ਕੋਈ ਸਾਡੇ ਨਾਲ ਠੀਕ ਢੰਗ ਨਾਲ, ਜਿਹੜੇ ਬੰਦੇ ਸਾਡੇ ਨਾਲ ਪ੍ਰੈਸ ਕਾਨਫਰੰਸ 'ਚ ਬੈਠਣ ਨੂੰ ਉਹ ਛੁਪੀਆਂ ਜੀ ਗੱਲਾਂ ਕਰਦੇ ਸੀਗੇ ਉਸ ਤਰੀਕੇ ਨਾਲ, ਚਲੋ ਜਿਹੜੇ ਵੀ ਸੀਗੇ ਉਹਨਾਂ ਦੀ ਲੀਡਰਸ਼ਿਪ ਚਾਹੁੰਦੀ ਸੀ ਔਰ ਨਹੀਂ ਵੀ ਚਾਹੁੰਦੀ ਸੀ। ਲੱਕੀ ਜੀ ਲਾਸਟ ਟਾਈਮ ਤੱਕ ਆਪਣੀ ਜਿਹੜੀ ਗੱਲਬਾਤ ਹੁੰਦੀ ਰਹੀ ਹੈ, ਪ੍ਰੈਸ ਕਾਨਫਰੰਸ ਵੀ ਹੋਈ ਸੀ, ਤੁਸੀਂ ਕਿਹਾ ਸੀ ਗੱਲਬਾਤ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਨਾਲ, ਲੇਕਿਨ ਅਚਾਨਕ ਐਂਡ ਪੁਆਇੰਟ ਪਰ ਕੀ ਹੁੰਦਾ ਕਿ ਕਈ ਵਾਰੀ ਜਿਹੜੀਆਂ ਕੋਈ ਵੀ
ਅੰਡਰਸਟੈਂਡਿੰਗ ਜਾਂ ਅਲਾਈਅੰਸ ਹੋਣੀ ਚਾਹੀਦੀ, ਉਹ ਸਾਹਮਣੇ ਹੋ ਕੇ ਆਉਣਾ ਚਾਹੀਦਾ। ਪਰ ਬੀਜੇਪੀ ਆਮ ਆਦਮੀ ਪਾਰਟੀ ਕੀ ਕਰਦੀ ਸੀ, ਪਰਦੇ ਦੇ ਪਿੱਛੇ ਖੇਲ ਕਰਨਾ ਚਾਹੁੰਦੀ ਸੀ ਵੀ ਤੁਸੀਂ ਜੀ ਏਦਾਂ ਕਰ ਲਓ, ਅਸੀਂ ਏਦਾਂ ਕਰ ਲੈਂਦੇ ਹਾਂ, ਪਰ ਅਸੀਂ ਪ੍ਰੈਸ ਕਾਨਫਰੰਸ ਨਹੀਂ ਕਰਾਂਗੇ, ਇਹ ਨਹੀਂ ਕਰਾਂਗੇ। ਫਿਰ ਅਰੇ ਆਣਾ ਤਾਂ ਕਹਿ ਰਹੇ ਕਿ ਆਮ ਆਦਮੀ ਪਾਰਟੀ ਚਾਹੁੰਦੀ ਨਹੀਂ ਹੈ ਕਾਂਗਰਸ ਨੂੰ ਬਿਲਕੁਲ ਵੀ, ਔਰ ਦੇਖੋ ਠੇਂਗਾ ਦਿਖਾ ਕੇ ਲਾਸਟ ਟਾਈਮ ਤੇ ਆਮ ਆਦਮੀ ਪਾਰਟੀ ਚਲੀ ਗਈ। ਚਲੋ ਕੋਈ ਗੱਲ ਨਹੀਂ, ਬੀਜੇਪੀ ਨੂੰ ਵੀ ਪਤਾ ਚੱਲ ਜਾਏਗਾ। ਬੀਜੇਪੀ ਨੇ ਜੋ ਸਤਿਆਨਾਸ਼ ਕੀਤਾ ਹੈ ਇਸ ਕਾਰਪੋਰੇਸ਼ਨ ਦਾ, ਉਹ ਸਾਰੇ ਸ਼ਹਿਰ ਨੇ ਦੇਖਿਆ। ਪਿਛਲੇ 10 ਚੋਂ 9 ਮੇਅਰ ਇਹਨਾਂ ਦੇ ਬਣੇ ਆ, ਔਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਉਹ ਸਾਰਿਆਂ ਦੇ ਸਾਹਮਣੇ ਨੇ। ਔਰ ਚੰਡੀਗੜ੍ਹ ਦੀ ਰੈਂਕਿੰਗ ਪਹਿਲੀ ਵਾਰੀ ਹੋਇਆ, ਪਹਿਲੇ ਤੋਂ 66ਵੇਂ ਨੰਬਰ ਤੇ। ਸੜਕਾਂ ਤੁਸੀਂ ਦੇਖ ਲਓ, ਇਹ ਨਹੀਂ ਪਤਾ ਚੱਲਦਾ ਕਿ ਬੱਟੀ ਸਾਹਿਬ ਤਾਂ ਐਲੀਗੇਸ਼ਨ ਲਾ ਰਹੇ ਨੇ ਕਿ कहते बीजेपी ने नाश मारता। ये अवसरवादिता की राजनीति है। आम आदमी पार्टी जब लोकसभा का चुनाव होता है तो लोकसभा के चुनाव में इनको जफम जफी हो रहे, एक दूसरे को प्यार दिखा रहे, और जब विकास की बात होती है तो भारतीय जनता पार्टी के साथ, चाहे गुजरात हो, चाहे भाई साहब बिहार का चुनाव हो, चाहे हरियाणा का चुनाव हो, महाराष्ट्र का चुनाव हो, और दुनिया के अंदर आज मोदी मोदी और मोदी जी का डंका बज रहा। भाई साहब के इनके तो 8 जीत कर आए थे, इनके लोग भी 8 जीत गए, आपके तो डंका बज गया। 8 जीत कर आए थे, और आज इनके लोग विकास के नाम पर, और मोदी जी की जो कहने का, मोदी जी के जो इतना करिश्मा है उनका, उसकी वजह से आज भारतीय जनता पार्टी की तरफ जुड़ रहे, सारा देश जुड़ रहा है। यहाँ की क्या कहते मोदी जी का करिश्मा है। देखिए वो, अब मैं क्या बोलूं, सावन के अंधे को सब हरा हरा नजर आता है। अब इनको मोदी जी नजर आते हैं हर जगह, तो मैं इनके बारे में क्या बात बोलूं। मैं तो सिर्फ इतना कहना चाहता हूं कि जो चंडीगढ़ की बदहाली हुई है पिछले 10 साल के अंदर, जिसमें से 9 मेयर भाजपा के हुए हैं, सारे शहर ने देखा है। वो कोई नई बात तो है नहीं उसके अंदर कि कोई ऐसी चीज आपने देखी हो कि पहली बार हुई हो। सो इस करके कोई ऐसी बात नहीं है, सब जानते हैं भाजपा वाले। सड़कें आज ये नहीं पता कि खड्डों में सड़कें हैं कि सड़कों में खड्डे हैं। लकी जी, एक सवाल बड़ा इंपॉर्टेंट है, मेयर इलेक्शन कुछ ही देर में शुरू हो जाएगा, है ना? इस बार तो आप ये कहने की मानते हो कि नहीं है पावर गेम, नहीं है ना आम आदमी पार्टी ना कांग्रेस? मैं कह रहा हूँ ये 8 महीने का मेयर जो है ना, ये भाजपा को मुबारक। और 8 महीने के अंदर इनको पता चल जाएगा कि कैसे जूनकों में दाल बटती है। इनको पता चल जाएगा 8 महीने में, काम कोई होना नहीं। किस मुंह के साथ लोगों के बीच में 2000 कॉन्फिडेंट है, आने वाले दिनों में कॉन्फिडेंट है कि बीजेपी की, बिल्कुल बीजेपी ने लोकसभा का चुनाव देख लो ना, इसीलिए क्योंकि इनके कॉर्पोरेशन फेल हुई थी, तभी करके लोकसभा के अंदर हम जीते। ठीक है, तो बिल्कुल उमेश, क्योंकि बहुत अहम हो जाता है, बहुत अहम हो जाता है कि किस तरह बीजेपी ते ਜਿਹੜੇ ਕਾਂਗਰਸ ਨੇ ਉਹਨਾਂ ਦੇ ਆਪਸੀ ਜਿਹੜੀ ਹੈ ਜ਼ਰੂਰ ਜਿਹੜੀ ਹੈ ਉਹ ਤਕਰਾਰ ਚੱਲ ਰਹੀ। ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰਸ ਨੇ ਉਹ ਵੀ ਪਹੁੰਚ ਚੁੱਕੇ ਨੇ। ਦੇਖੋ ਬਹੁਤ ਅਹਿਮ ਹੋ ਜਾਂਦਾ, ਜਿਹੜੇ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਨੇ, ਲਾਡੀ ਜੀ ਹੈ, ਸੰਨੀ ਆਲੂਵਾਲੀਆ ਜੀ, ਸੰਨੀ ਆਲੂਵਾਲੀਆ ਜੀ ਨਾਲ ਗੱਲਬਾਤ ਕਰ ਲੈਂਦੇ। ਜਿਹੜੇ ਕਾਉਂਸਲਰਸ ਪਹੁੰਚੇ ਨੇ, ਸੰਨੀ ਆਲੂਵਾਲੀਆ ਜੀ ਵੀ ਹੈ। ਅਲੀਵਾਲ ਸਾਹਿਬ ਪਹੁੰਚ ਗਏ ਹੋ ਜੀ, ਤੁਹਾਨੂੰ ਘੇਰਾ ਪਾਇਆ ਤੇ ਕੀ ਕਹੋਗੇ? ਦੇਖੋ ਬੀਜੇਪੀ ਤੇ ਕਾਂਗਰਸ ਦਾ ਆਪਸ ਚ ਕਰ ਰਹੇ ਤਕਰਾਰ। ਕਹਿੰਦੇ ਜੀ ਕਾਂਗਰਸ ਲੱਕੀ ਨੇ ਸਾਫ਼ ਕਿਹਾ ਕਿ ਤੁਹਾਡੀ ਮਨਸ਼ਾ ਨਹੀਂ ਸੀ, ਲੁਕਾ ਛਿਪੀ ਦਾ ਖੇਡ ਖੇਡਦੇ ਸੀ ਤੁਸੀਂ ਉਹਨਾਂ ਨਾਲ, ਸਾਫ਼ ਐਲੀਗੇਸ਼ਨ ਕਿਹਾ ਨਿਊਜ਼ 18 ਤੇ। ਦੇਖੋ ਇਦਾਂ ਹੈ ਕਿ ਅੰਦਰ ਆਪਾਂ ਜਾ ਰਹੇ ਹਾਂ, ਕਾਉਂਸਲਰ ਸਾਡੇ ਆਏ ਹੋਏ ਨੇ, ਠੀਕ ਹੈ। ਅੰਦਰ ਜਾ ਕੇ ਸਾਰਾ ਕੁਝ ਕਲੀਅਰ ਹੋ ਜਾਏਗਾ ਕਿ ਵੀ ਕਿਹਦੇ ਨਾਲ ਕਿਹਦੀ ਲੁੱਕਾ ਚੁੱਕੀ ਸੀ, ਇਹ ਕਿਹਦੀ ਨਹੀਂ ਸੀਗੀ। ਮਨੀਸ਼ ਤਿਵਾੜੀ ਜੀ ਆਣਗੇ ਨੇ ਕਿ ਆਉਣ ਵਾਲੇ ਨੇ, ਤੁਸੀਂ ਉਹਨਾਂ ਤੋਂ ਇਹ ਸਵਾਲ ਪੁੱਛਿਓ ਵੀ ਇਹ ਕਾਂਗਰਸ ਐਲੀਗੇਸ਼ਨ ਲਾ ਰਹੀ ਹੈ ਵੀ ਇਹ ਸੱਚ ਹੈ ਕਿ ਗਲਤ ਹੈ, ਉਹਦਾ ਜਵਾਬ ਦੇ ਦੇਣਗੇ। ਜਦ ਤੱਕ ਇਲੈਕਸ਼ਨ ਦਾ ਪ੍ਰੋਸੈਸ ਚੱਲਦਾ ਪਿਆ, ਜਦ ਤੱਕ ਇਲੈਕਸ਼ਨ ਖਤਮ ਨਹੀਂ ਹੁੰਦਾ, ਆਪਾਂ ਕੋਈ ਵੀ ਇਹੋ ਜਿਹੀ ਗੱਲ ਕਰੀਏ, ਦੇਖੋ ਇਹ ਪ੍ਰੋਸੈਸ ਹੈ, ਜੋ ਅੰਦਰ ਡਿਸਾਈਡ ਹੋਏਗਾ ਸਭ ਦੇ ਅੱਗੇ ਆ ਜਾਏਗਾ। ਪਰ ਗੱਲ ਕਿੱਥੇ ਬਣੀ ਕਿਉਂ ਨਹੀਂ? ਅਲਵਾਲੇ ਜੀ ਗੱਲ ਕਿਉਂ ਨਹੀਂ ਬਣੀ? ਸਟਾਰਟਿੰਗ ਲਾਸਟ ਐਂਡ ਤੱਕ ਕਾਂਗਰਸ ਕਹਿ ਰਹੀ ਸੀ ਕਿ ਗੱਲਬਾਤ ਚੱਲ ਰਹੀ ਹੈ। ਨਹੀਂ, ਏਦਾਂ ਹੈ, ਤੁਸੀਂ ਮੇਰੇ ਕਈ ਵਾਰ ਮੈਂ ਪ੍ਰੈਸ